ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤ ਇੱਕ ਓੰਕਾਰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਹਾ ਤੁਸ਼ ਪ੍ਰਭ ਬੁੱਧ ਹਮਾਰੀ ਵਰਣ ਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ आप रहो तुम कथा सुधारी सब ते उत्तम हर की कथा नाम सुनत दर्द दुख रथाओ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਪਾਰ ਰਹਿਮਤ ਕਿਰਪਾ ਕਰ ਰਹੇ ਨੇ। ਸਾਨੂੰ ਅਧਿਆਤਮਿਕ ਜੀਵਨ, ਅਧਿਆਤਮਿਕ ਗਿਆਨ, ਆਪੇ ਦੀ ਪਛਾਣ ਬਖਸ਼ ਰਹੇ ਨੇ। ਧੰਨ ਭਾਗੀਓ ਜੋ ਵੀ ਗੁਰਸਿੱਖ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜ ਰਹੇ ਹੋ। ਲੜੀਵਾਰ ਕਥਾ ਦਾਤੇ ਦੀ ਕਿਰਪਾ ਦਾ ਸਦਕਾ ਆਪਾਂ ਵਿਚਾਰ ਰਹੇ ਹਾਂ। ਕੱਲ ਜੋ ਵਿਚਾਰਿਆ ਸੀ ਸੱਚੇ ਪ੍ਰਮਾਤਮਾ ਦੇ ਸੱਚੇ ਨਾਮ ਦੇ ਮਿਲਣ ਕਰਕੇ ਸਹਿਜ ਸਰੂਪ ਦਾ ਭਾਵ ਸਹਿਜੇ ਗਿਆਨ ਸੁਤੇ ਸਿੱਧ ਪਰਮੇਸ਼ਰ ਦਾ ਮਿਲਾਪ ਹੁੰਦਾ ਹੈ। ਜਿਹੜੇ ਸੱਚੇ ਸ਼ਰਧਾਵਾਨ ਜਗਿਆਸੂ ਨੇ ਉਹਨਾਂ ਦਾ ਸਰਵਣਾ ਨਾਲ ਮਿਲਾਪ ਹੋ ਜਾਂਦਾ ਹੈ। ਸ਼ਰਧਾ ਜ਼ਰੂਰੀ ਹੈ ਜੀ, ਸ਼ਰਧਾ ਪ੍ਰੇਮ ਤਾਂ ਮਿਲਾਪ ਹੋਏਗਾ।
ਜਿਨ੍ਹਾਂ ਦਾ ਸਰਵਣ ਦਾ ਮਿਲਾਪ ਹੈ, ਉਹਨਾਂ ਦਾ ਪ੍ਰਮਾਣਗਤ ਸੰਸਾਰ ਮਿਟ ਜਾਂਦਾ ਹੈ। ਫਿਰ ਜਿਹੜੇ ਸੱਚੇ ਸਿੱਖ ਮੰਨਣ ਵਾਲੇ ਨੇ, ਉਹਨਾਂ ਦਾ ਸੱਚੇ ਸਰੂਪ ਦਾ ਨਿਧਿਆਸਨ ਦੇ ਨਾਲ ਮਿਲਾਪ ਹੋ ਕੇ ਜੋ ਪਰਮੇਜ ਸੰਸਾ ਅਤੇ ਵਿਪਰਜੇ ਸੰਸਾ ਜਿਹੜਾ ਚਿੰਤਾਵਾਂ ਨੇ, ਉਹਨਾਂ ਦਾ ਨਾਸ ਹੋ ਜਾਂਦਾ ਹੈ। ਇਉਂ ਫਿਰ ਸੱਚੇ ਦੇ ਗਿਆਨ ਕਰਕੇ ਸੱਚੇ ਪਰਮੇਸ਼ਰ ਦੀ ਸਿਖਿਆਤਤਾ, ਉਹਦੇ ਸਰੂਪ ਦਾ ਮਿਲਾਪ ਹੁੰਦਾ ਹੈ। ਅੱਗੇ ਮਹਾਰਾਜ ਸਮਝਾਉਂਦੇ ਆ ਕਿ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਹੰਕਾਰ। ਜਿਨ੍ਹਾਂ ਨੇ ਬਸਤ ਵਿਚਾਰ ਦੁਆਰ ਕਾਮ ਸ਼ਾਂਤੀ ਦੁਆਰਾ ਕ੍ਰੋਧ ਤੇ ਨਿਮਰਤਾ ਨਾਲ ਹੰਕਾਰ ਨੂੰ ਛੱਡ ਕੇ ਆਪਣੇ ਮਨ ਨੂੰ ਸਤਿਗੁਰਾਂ ਦੇ ਸ਼ਬਦ ਨਾਲ ਰੰਗ ਲਿਆ, ਉਹ ਪਾਪਾਂ ਦੀ ਮੈਲ ਤੋਂ ਉਜਲ ਹੋ ਜਾਂਦੇ ਨੇ, ਨਿਰਮਲ ਹੋ ਜਾਂਦੇ ਨੇ। ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗ ਕੇ ਸ਼ਬਦ ਵਿੱਚ ਆਪਣੇ ਮਨ ਨੂੰ ਰੰਗਦੇ ਨੇ, ਪਾਪਾਂ ਦੀ ਮੈਲ ਤੋਂ ਉਹ ਰਹਿਤ ਹੋ ਜਾਂਦੇ ਆ। ਨਹੀਂ ਹਰ ਟਾਈਮ ਬੰਦੇ ਨੂੰ ਇਹ ਪੰਜੇ ਜਿਹੜੇ ਆ ਨਾ ਚਿੰਬੜੇ ਰਹਿੰਦੇ ਨੇ। ਕਿੱਥੇ ਪ੍ਰੇਮ ਆਵੇ। ਬਾਣੀ ਰੋਜ਼ ਪੁਕਾਰ ਪੁਕਾਰ ਕਹਿੰਦੀ ਹੈ, ਸੱਜਣਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਰੱਬ ਦੀ ਬਣਾਈ ਵੀ ਕਾਇਨਾਤ ਦੇ ਨਾਲ ਪ੍ਰੇਮ ਕੀਤਾ, ਪਿਆਰ ਕੀਤਾ ਹੈ, ਜੋ ਪ੍ਰੇਮ 'ਚ ਰਹਿੰਦੇ ਨੇ, ਨਿਮਰਤਾ 'ਚ ਰਹਿੰਦੇ ਨੇ, ਉਹਨਾਂ ਨੇ ਰੱਬ ਨੂੰ ਪਾਉਣਾ ਕੀਤਾ। ਬਾਕੀ ਨਹੀਂ ਜਿੰਨਾ ਮੈਂ ਮਰਜ਼ੀ ਬਾਹਰੋਂ ਸੀਤਲ ਦਾਸ ਅਖਵਾਈ ਜਾਵਾਂ, ਜੇ ਬਾਹਰੋਂ ਬਾਹਰੋਂ ਰਾਖ ਮਲੀ ਆ ਨਾ, ਅੰਦਰ ਧੂਖੜ ਰਹੀ ਆ ਅੱਗ ਪਾਥੀਆਂ ਦੇ, ਉਹਦਾ ਕੋਈ ਫਾਇਦਾ ਨਹੀਂ ਹੈ। ਅੰਦਰ ਭਾਂਬੜਦਾ ਅਸਰ, ਸ਼ਾਂਤੀ ਟਿਕਾ, ਸਾਡੇ ਕਦਮਾਂ 'ਚ ਨਹੀਂ ਸ਼ਾਂਤੀ, ਸਾਡੇ ਬੋਲਾਂ 'ਚ ਨਹੀਂ ਸ਼ਾਂਤੀ, ਦਿਮਾਗ ਤਾਂ ਹੋਣੀ ਹੈ ਕਿੱਥੋਂ ਆ। ਪਹਿਲਾਂ ਸਰੀਰ ਬਰਕਤ ਵਿੱਚ ਆਏਗਾ। ਸਿਆਣੇ ਕਹਿੰਦੇ ਵੀ ਇਹਦੇ ਤਾਂ ਬੋਲਾਂ 'ਚ ਨਹੀਂ ਬਰਕਤ, ਇਹਦੇ ਤਾਂ ਹੱਥਾਂ 'ਚ ਨਹੀਂ ਬਰਕਤ, ਹੈ ਨਾ ਜੀ। ਇਸੇ ਤਰ੍ਹਾਂ ਪਹਿਲਾਂ ਸਰੀਰ ਵਿੱਚ ਬਰਕਤ ਹੋਏਗੀ, ਸਰੀਰ ਟਿਕਾ ਵਿੱਚ ਆਏਗਾ, ਅੰਦਰ ਦੀ ਸ਼ਾਂਤੀ ਫਿਰ ਸ਼ੁਰੂ ਹੋਏਗੀ। ਜੇ ਅਸੀਂ ਬਾਹਰੇ ਨਹੀਂ ਟਿਕਾ ਪੈਦਾ ਕਰ ਸਕੇ, ਅੰਦਰਲਾ ਤਾਂ ਬਹੁਤ ਦੂਰ ਹੈ ਨਾ ਜੀ। ਇਸ ਕਰਕੇ ਨਾਮ ਜਪਣ ਵਾਲੀਆਂ ਰੂਹਾਂ ਜਿਹੜੀਆਂ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਦੇ ਸ਼ਬਦ ਵਿੱਚ ਰੰਗ ਲਿਆ, ਰੰਗੇ ਤਾਂ ਜਾਵਾਂਗੇ ਜੇ ਸੁਣਾਂਗੇ ਧਿਆਨ ਨਾਲ। ਜੇ ਕਦੇ ਸੁਣਿਆ ਹੀ ਨਹੀਂ ਕਿ ਮਹਾਰਾਜ ਕਹਿੰਦੇ ਕੀ ਆ, ਪਤਾ ਨਹੀਂ ਲੱਗਣਾ ਵੀ ਆਹ ਦੁਨੀਆ 'ਚ ਕਿਵੇਂ ਵਿਚਰਨਾ, ਰਹਿਣਾ ਕਿਵੇਂ ਆ। ਮਹਾਰਾਜ ਕਹਿੰਦੇ ਉਹ ਆਪਣੇ ਅੰਦਰ ਦੇ ਇਹ ਜਿਹੜੇ ਪੰਜ ਚਿੰਬੜੇ ਆ ਨਾ, ਔਖਾ ਬੜਾ ਮਾਰਨਾ ਇਹਨਾਂ ਨੂੰ। ਬਾਣੀ ਕਹਿੰਦੀ ਵੀ ਜਿਹੜਾ ਇਹਨਾਂ ਨੂੰ ਮਾਰਦਾ ਨਾ, ਜਿਨ ਮਿਲ ਮਾਰੇ ਪੰਜ ਸੂਰ ਵੀਰ ਐਸੋ ਕੌਣ ਬਲੀ ਰੇ। ਇਹ ਪੰਜ ਸੂਰ ਵੀਰ ਨੇ, ਇਹਨਾਂ ਨੂੰ ਵਿਰਲਾ ਹੀ ਮਾਰ ਸਕਦਾ ਕੋਈ ਨਹੀਂ। ਕੋਈ ਕਾਮ ਤੇ ਕ੍ਰੋਧ ਤੇ ਹੰਕਾਰ ਤੇ ਲੋਭ ਤੇ ਮੋਹ ਤੇ ਕਾਬੂ ਕਰ ਲੇ, ਬੜਾ ਔਖਾ। ਉਹ ਕਹਿੰਦੇ ਇਹ ਤਿਆਗ ਕੇ ਸਭ ਕੁਛ ਆਪਣੇ ਮਨ ਨੂੰ ਉਹ ਰੰਗਦੇ ਨੇ, ਪਾਪਾਂ ਦੀ ਮੈਲ ਤੋਂ ਰਹਿਤ ਨੇ। ਅੰਦਰ ਮੈਲ ਚੱਲਦੀ ਹੈ, ਮੈਂ ਹੰਕਾਰ, ਪਾਪਾਂ ਦੀ ਮੈਲ। ਜੇ ਅਸੀਂ ਇਹਨਾਂ ਦੇ ਵਸ ਹੋ ਕੇ ਕੰਮ ਕਰਦੇ ਹਾਂ ਨਾ, ਕਰਮ ਕਰਦੇ ਹਾਂ, ਤਾਂ ਇਹ ਨਾ ਸਮਝੋ ਅਸੀਂ ਸਾਫ਼ ਹੋ ਰਹੇ ਹਾਂ, ਨਿਰਮਲ ਹੋ। ਬੇਸ਼ੱਕ ਲੱਖ ਮੈਂ ਚਿੱਟੇ ਕੱਪੜੇ ਪਾ ਕੇ ਤੁਰਿਆ ਫਿਰਾਂ, ਬਾਣੀ ਭੁਲੇਖੇ ਕੱਢਦੀ ਆ, ਸਾਰੇ ਖੜਾ ਲੈਂਦੀ ਆ ਸਾਹਮਣੇ ਫੜ ਕੇ। ਜੇ ਅੰਦਰ ਦੀ ਮੈਲ ਦੀ ਨਾ ਉਤਰ ਰਹੀ, ਮਨ ਨਹੀਂ ਨਾ ਸ਼ੁੱਧ ਹੋ ਰਿਹਾ, ਮਹਾਰਾਜ ਕਹਿੰਦੇ
ਫਿਰ ਤੈਨੂੰ ਨਰਕੀ ਜੀਵਨ ਤੋਂ ਕੋਈ ਨਹੀਂ ਬਚਾ ਸਕਦਾ। ਨਾਮਨ ਸਲਾਹਨ ਸਦ ਸਦਾ, ਹਰ ਰਾਖੇ ਉਰ ਧਾਰ। ਕਹਿੰਦੇ ਉਹ ਵਿਕਾਰਾਂ ਨੂੰ ਮੇਟਣ ਵਾਸਤੇ ਸਦਾ ਹੀ ਨਾਮ ਨੂੰ ਸਲਾਉਂਦੇ ਨੇ ਅਤੇ ਸਦਾ ਹੀ ਪਰਮੇਸ਼ਰ ਨੂੰ ਹਿਰਦੇ ਵਿੱਚ ਧਾਰ ਕੇ ਰੱਖਦੇ ਨੇ। ਫਿਰ ਉਹਨਾਂ ਨੂੰ ਸਦਾ ਰਹਿਣ ਵਾਲੇ ਪਰਮਾਤਮਾ ਦੀ ਸਦਾ ਵਾਸਤੇ ਸਖਿਆਤਤਾ ਜਿਹੜੀ ਹੈ ਨਾ ਉਹ ਹੋ ਜਾਂਦੀ ਹੈ, ਪ੍ਰਾਪਤੀ ਆ। ਦਿਖਾਉਣੇ ਹੀ ਨਹੀਂ ਰੱਬ ਦਾ ਵੀ ਮੈਂ ਭਗਤਾਂ ਵੱਡਾ, ਜੇ ਕਰਮ ਨਹੀਂ ਨਾ ਜੀ ਨਿਰਮਲ, ਪ੍ਰੇਮ ਨਹੀਂ ਆ, ਤਾਂ ਫਿਰ ਲੱਖ ਅਖਵਾਈ ਜਾਵੇ ਬੰਦਾ, ਵੱਡਾ ਭਗਤ ਮਿਲਣਾ ਕੁਛ ਨਹੀਂ ਆ। ਹਰ ਰਾਖੇ ਔਰ ਧਾਰ, ਸਦਾ ਹੀ ਉਹਨੂੰ ਅੰਦਰ ਧਾਰ ਕੇ ਰੱਖਣਾ। ਇੱਥੇ ਸਮਝੋ ਧਿਆਨ ਨਾਲ, ਸਦਾ ਵਾਸਤੇ ਉਹਨੂੰ ਧਾਰ ਲੈਣਾ ਕੀ ਆ। ਮਹਾਰਾਜ ਕਹਿੰਦੇ ਆ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਰੱਬ ਦੇ ਗੁਣ ਸਿੱਖਣ ਆਉਂਦੇ ਆ ਰੋਜ਼ ਅਸੀਂ ਇੱਥੇ। ਰੋਜ਼ ਬੱਚਾ ਜਾਂਦਾ ਨਾ ਪੜ੍ਹਨ, ਸਕੂਲੇ ਕਾਲਜ ਸਿੱਖਣ ਜਾਂਦਾ। ਹੁਣ ਨਾ ਸਿੱਖ ਕੇ ਆਊਗਾ ਫੇਲ ਹੋਊਗਾ, ਫੇਲ ਹੋ ਜਾਣਾ। ਚਲੋ 1 ਸਾਲ ਫੇਲ ਹੋ ਗਏ ਆ, ਅਗਲੇ ਸਾਲ ਮਿਹਨਤ ਕਰ ਲਓ। ਇੱਥੇ ਦੁਬਾਰਾ ਸਮਾਂ ਨਹੀਂ ਜੇ ਮਿਲਣਾ। ਸਿੱਖਣ ਆਉਂਦੇ ਆ ਗੁਰੂ ਦੇ, ਰੱਬ ਦੇ ਗੁਣ। ਗੁਣ ਕੀ ਨੇ? ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਮਿੱਠਾ ਬੋਲਦਾ। ਹੋ ਸੰਮਲ ਥੱਕੀ ਜੀਓ ਕਦੇ ਨਾ ਬੋਲੇ ਕੌੜਾ, ਕੌੜਾ ਬੋਲਣਾ ਜਾਣੈ ਪੂਰਨ ਭਗਵਾਨੇ, ਔਗੁਣ ਕੋ ਨਾ ਚਿਤਾਰੈ। ਇਹ ਗੁਣ ਨੇ ਉਹਦੇ, ਉਹ ਔਗੁਣ ਨਹੀਂ ਵਹਿੰਦਾ ਤੇ ਅਸੀਂ ਗੁਣ ਨਹੀਂ ਵਹਿੰਦੇ ਕਿਸੇ ਦੇ। ਅਸੀਂ ਵੇਖਾਂਗੇ ਔਗੁਣ, ਕਮੀਆਂ। ਫਿਰ ਰੱਬ ਤੇ ਸਾਡਾ, ਗੁਰੂ ਤੇ ਸਾਡਾ ਮਿਲਾਪ ਕਿੱਥੇ ਹੋ ਗਿਆ ਜੀ? ਯਤਨ ਕਰੀਏ ਕਿ ਸਾਂਝ ਕਰੀਜੈ ਗੁਣੇ ਕੇਰੀ, ਛੋੜ ਅਵਗਣ ਚੱਲੀ ਗਏ। ਗੁਣਾਂ ਦੀ ਸਾਂਝ ਕਰੋ ਜੇ ਕਿਸੇ ਨਾਲ ਕਰਨੀ ਆ। ਔਗੁਣ ਸਾਂਝ ਕਰਨ ਨੂੰ ਦੁਨੀਆ ਬੋਧੂ ਫਿਰਦੀ ਆ। ਮਹਾਰਾਜ ਕਹਿੰਦੇ ਗੁਣ ਸਿੱਖੋ ਗੁਰੂ ਦੇ, ਰੱਬ ਦੇ, ਫਿਰ ਮੈਲ ਤੋਂ ਰਹਿਤ ਹੋ ਜਾਏਗਾ। ਜਿਹੜੇ ਸਦਾ ਹੀ ਆਪਣੇ ਹਿਰਦੇ ਵਿੱਚ ਉਹਨੂੰ ਧਾਰ ਕੇ ਰੱਖਦੇ ਨੇ, ਵਿਕਾਰਾਂ ਦੀ ਮੈਲ ਮੇਟਣ ਨੂੰ, ਉਹਨਾਂ ਦਾ ਅੰਦਰ ਮਨ ਜਿਹੜਾ ਵਾ, ਹਿਰਦਾ ਜਿਹੜਾ ਵਾ, ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਆ, ਸੋ ਕਿਉ ਮਨੋ ਵਿਸਾਰੀਐ, ਸਭ ਜੀਆਂ ਕਾ ਆਧਾਰ। ਬੜਾ ਭੁਲੇਖਾ ਹੈ, ਬੜਾ ਬੰਦੇ ਨੂੰ ਵਹਿਮ ਹੈ ਕਿ ਰੱਬ ਨੇ ਸਿਰਫ ਮੈਨੂੰ ਹੀ ਬਣਾਇਆ, ਮੈਂ ਹੀ ਅਕਲ ਵਾਲਾ, ਮੈਨੂੰ ਹੀ ਮੱਤ ਹੈ ਸਭ, ਦੂਜਾ ਤਾਂ ਐਵੇਂ ਹੀ ਫਿਰਦਾ। ਅਮੀਰ ਹੈ, ਗਰੀਬ ਹੈ, ਛੋਟਾ ਵੱਡਾ, ਗੋਰਾ ਕਾਲਾ, ਜਿੱਦਾਂ ਦਾ ਮਰਜ਼ੀ ਬੰਦਾ ਹੈ, ਹਰ ਇੱਕ ਦੇ ਵਿੱਚ ਰੱਬ ਬਰਾਬਰ ਆ। ਹਰ ਇੱਕ ਦੇ ਵਿੱਚ ਉਸੇ ਮਾਲਕ ਦੀ ਜੋਤ ਹੈ। ਇਹ ਦਵੈਸ਼ ਹੈ ਨਾ ਅੰਦਰ ਸਾਡੇ, ਤਾਂ ਮੇਰੀ ਬਾਹਰ ਦੀ ਨਿਰਮਲਤਾ ਹੀ ਕਿਸੇ ਕੰਮ ਦੀ ਨਹੀਂ। ਮਹਾਰਾਜ ਕਹਿੰਦੇ ਐਸੇ ਪ੍ਰਮਾਤਮਾ ਨੂੰ ਮਨ ਵਿੱਚੋਂ ਕਦੇ ਨਾ ਭੁਲਾਓ, ਜੋ ਸਾਰੇ ਜੀਵਾਂ ਦਾ ਆਧਾਰ ਹੈ, ਜੋ ਸਭ ਦਾ ਆਸਰਾ ਹੈ, ਸਭ ਨੂੰ ਰਚਣ ਵਾਲਾ, ਰੋਜੀ ਦੇਣ ਵਾਲਾ ਇੱਕ ਮਾਲਕ, ਇੱਕ ਹੀ ਪਰਮੇਸ਼ਰ ਹੈ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਇੱਕ ਹੈ। ਸ਼ਬਦ ਮਰੈ ਸੋ ਮਰ ਰਹੈ, ਕਰ ਮਰੈ ਨਾ ਦੂਜੀ ਵਾਰ। ਜਿਹੜਾ ਬੰਦਾ ਸਤਿਗੁਰਾਂ ਦੇ ਸ਼ਬਦ ਦੁਆਰਾ
ਜੀਵਤ ਭਾਵ ਤੋਂ ਮਰਦਾ ਹੈ, ਉਹ ਮਰ ਰਿਹਾ ਕਿ ਇਹ ਮਰਨ ਤੋਂ ਰਹਿਤ ਹੋ ਜਾਂਦਾ ਹੈ। ਵੇਖੋ, ਇੱਕ ਦੁਨਿਆਵੀ ਮਰਨਾ ਹੈ, ਇੱਕ ਦੁਨਿਆਵੀ ਜੰਮਣਾ ਹੈ। ਇੱਕ ਸ਼ਬਦ ਵਿੱਚੋਂ ਜਿਉਣਾ ਹੈ, ਇੱਕ ਸ਼ਬਦ ਵਿੱਚ ਮਰਨਾ ਹੈ। ਭਾਵ ਇੱਕ ਤਾਂ ਅਸੀਂ ਦੁਨਿਆਵੀ ਤੌਰ 'ਤੇ ਜਨਮ ਲਿਆ, ਮਾਂ ਦੀ ਕੁੱਖੋਂ ਸਾਡਾ ਜਨਮ ਹੋਇਆ। ਇੱਕ ਸਾਡਾ ਜਨਮ ਹੋਣਾ ਸ਼ਬਦ 'ਚੋਂ, ਸਤਸੰਗਤ ਦੇ ਵਿੱਚੋਂ। ਇੱਕ ਸਾਡਾ ਦੁਨਿਆਵੀ ਤੌਰ 'ਤੇ ਮਰਨਾ ਹੋਣਾ ਹੈ, ਮਰਾਂਗੇ ਇੱਕ ਦਿਨ ਸਾਰੇ। ਅਤੇ ਇੱਕ ਸ਼ਬਦ ਵਿੱਚ ਮਰਨ ਹੋਣਾ, ਸ਼ਬਦ ਵਿੱਚ ਮਰ ਜਾਣਾ। ਧਿਆਨ ਦਿਓ, ਗੁਰੂ ਦੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰਦਾ ਬੰਦਾ, ਜਿਹੜਾ ਸ਼ਬਦ ਵਿੱਚ ਮਰ ਜਾਂਦਾ ਹੈ, ਉਹ ਮਰਨ ਤੋਂ ਰਹਿਤ ਹੋ ਜਾਂਦਾ ਹੈ। ਸ਼ਬਦ ਵਿੱਚ ਮਰਨਾ ਕੀ ਹੈ? ਜਦੋਂ ਇੱਕ ਵਾਰ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਗਿਆ, ਫਿਰ ਕਦੇ ਦੂਜੀ ਵਾਰ ਮਰਨਾ ਨਹੀਂ ਹੁੰਦਾ। ਐਸੇ ਰਵੋ ਜੇ ਬੋਹਰ ਨਾ ਰਵਣਾ, ਐਸੇ ਮਰੋ ਜੇ ਬੋਹਰ ਨਾ ਮਰਨਾ। ਬਾਰ ਬਾਰ ਕੀ ਮਰਨਾ? ਇੱਕ ਵਾਰ ਸ਼ਬਦ ਵਿੱਚ ਮਰ ਜਾਓ। ਦਵੈਤ ਕਰਕੇ ਸੰਸਾਰ ਵਿੱਚ ਜੰਮਣਾ ਮਰਨਾ ਹੁੰਦਾ ਹੈ। ਜਦੋਂ ਦੂਜੀ ਭਾਵ ਦਵੈਤ ਨੂੰ ਵਰਜ ਦਿੱਤਾ, ਭਾਵ ਦੂਰ ਕਰ ਦਿੱਤਾ, ਤਾਂ ਫਿਰ ਉਹਨਾਂ ਦਾ ਦੁਬਾਰਾ ਮਰਨਾ ਨਹੀਂ ਹੁੰਦਾ। ਉਹ ਇੱਕ ਵਾਰ ਹੀ ਜੀਵਤ ਭਾਵ ਤੋਂ ਮਰ ਜਾਂਦੇ ਨੇ। ਇੱਕ ਹੈ ਆਵਣ ਫਿਰ ਜੋਨ ਨਾ ਆਇਆ, ਨਾਨਕ ਹਰਿ ਕੈ ਦਰਸ ਸਮਾਇਆ। ਆਪਣੀ ਮਰਜ਼ੀ ਤਿਆਗ ਦੇਣੀ, ਆਪਣੀ ਮਰਜ਼ੀ ਛੱਡ ਦੇਣੀ, ਗੁਰੂ ਦੇ ਸ਼ਬਦ ਵਿੱਚ ਮਰ ਜਾਣਾ ਸੰਸਾਰ 'ਚ। ਭਾਵ ਮਨ ਸ਼ਬਦ ਵਿੱਚ ਕਿਵੇਂ ਲੱਗਣਾ, ਕਿਵੇਂ ਮਰਨਾ। ਐਸਾ ਉਹ ਗਿਆਨ, ਭਾਵ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿ ਉਪਕਾਰ, ਨਾਨਕ ਕਹੈ ਸੁਣ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਆਪਣੀ ਮਰਜ਼ੀ ਤਿਆਗ ਦੇਣੀ, ਫਿਰ ਦੁਬਾਰਾ ਮਰਨਾ ਨਹੀਂ ਹੁੰਦਾ। ਆਪਣੀ ਮਰਜ਼ੀ ਛੱਡ ਦੇਣੀ, ਭਾਵ ਉਹਦੀ ਰਜ਼ਾ 'ਚ ਰਹਿਣਾ। ਜੋ ਵੀ ਉਹ ਕਰਦਾ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਆਪਣੀ ਮਰਜ਼ੀ ਤਿਆਗਣੀ। ਫਿਰ ਜਿਸ ਦਵਾਈ ਨਾਲ, ਜਿਸ ਸਾਧਨ ਨਾਲ ਜਿਤ ਦਾਰੂ ਇਹ ਮਨ ਮਰੈ, ਦਾਰੂ ਜਾਣੈ ਕੋਇ। ਇਹ ਕੋਈ ਜਾਣਦਾ ਕਿ ਮਨ ਨੂੰ ਮਾਰਨ ਦੀ, ਭਾਵ ਆਪਣੀ ਮਰਜ਼ੀ ਤਿਆਗਣ ਦੀ ਦਵਾਈ ਕੀ ਹੈ, ਆਪਣੀ ਮਰਜ਼ੀ ਛੱਡਣ ਦੀ। ਉਹ ਦਵਾਈ ਕਿਹੜੀ ਆ? ਮਹਾਰਾਜ ਸਮਝਾਉਂਦੇ ਆ ਕਿ ਐਸਾ ਦਾਰੂ ਖਾਏ ਗਵਾਰ, ਜਿਤ ਖਾਧੈ ਤੇਰੇ ਜਾਹੇ ਵਿਕਾਰ। ਐਸਾ ਸ਼ਬਦ, ਐਸੀ ਬਾਣੀ ਪੜ੍ਹੋ, ਸੁਣੋ, ਵਿਚਾਰੋ, ਜਿਹਦੇ ਨਾਲ ਸਾਡੇ ਵਿਕਾਰ ਚਲੇ ਜਾਣ। ਸੰਸਾਰ ਵਿੱਚ ਪਿਆਰ ਦੇ ਨਾਲ ਰਹਿਣਾ ਆ ਜਾਏ। ਐਸਾ ਦਾਰੂ ਸਬਦੇ ਹੀ ਤੇ ਪਾਈਐ, ਹਰ ਨਾਮੇ ਲੱਗੈ ਪਿਆਰ। ਕਹਿੰਦੇ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਹੀ ਜੰਮਣ ਮਰਨ ਤੋਂ ਰਹਿਤ ਆਨੰਦ ਸਰੂਪ ਪਰਮਾਤਮਾ ਨੂੰ ਪ੍ਰਾਪਤ ਕਰੀਦਾ। ਕਿਉਂਕਿ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਹੀ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਲੱਗਦਾ। ਬਿਨ ਸ਼ਬਦੈ ਜਗ ਭੂਲਾ ਫਿਰੈ, ਮਰ ਜਨਮੈ ਬਾਰੋ ਬਾਰ। ਕਹਿੰਦੇ ਸ਼ਬਦ ਦੀ ਕਮਾਈ ਤੋਂ ਬਿਨਾਂ ਸਾਰਾ ਸੰਸਾਰ ਅਗਿਆਤ ਹੋ ਕੇ, ਅਗਿਆਨੀ ਹੋ ਕੇ ਭੁੱਲਦਾ ਫਿਰਦਾ ਹੈ, ਭਟਕਦਾ ਫਿਰਦਾ ਹੈ, ਮੌਤ ਦਾ ਮਾਰਿਆ ਹੋਇਆ ਮਰਦਾ ਰਹਿੰਦਾ ਹੈ।
ਵਾਸ਼ਨਾ ਕਰਕੇ ਜੰਮਦਾ ਹੈ। ਇਹ ਜੰਮਣ ਮਰਨ ਆਵਾਗਣ ਜਿਹੜਾ ਹੈ ਉਹਦੇ ਵਿੱਚ ਹੀ ਹਰਟ ਦੀਆਂ ਟਿੰਡਾਂ ਵਾਂਗ ਭਰਮਣ ਕਰਦਾ ਰਹਿੰਦਾ ਹੈ। ਭਰ ਗਿਆ ਡੁੱਲ ਗਿਆ, ਭਰ ਗਿਆ ਡੁੱਲ ਗਿਆ, ਇੱਦਾਂ ਹੀ ਚੱਲਦਾ ਰਹਿੰਦਾ ਜਿਵੇਂ ਖੂਹ ਦੀਆਂ ਟਿੰਡਾਂ ਚੱਲਦੀਆਂ ਨੇ ਹਰਟ ਦੀਆਂ। ਮਰ ਜਨਮੈ ਬਾਰੋ ਬਾਰ, ਜੇ ਭੁਲੇਖਿਆਂ 'ਚ ਫਿਰਨੇ ਆ ਨਾ, ਕਦੇ ਜੰਮਾਂਗੇ ਕਦੇ ਮਰਾਂਗੇ, ਕਦੇ ਮਰਾਂਗੇ ਕਦੇ ਜੰਮਾਂਗੇ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਬੜਾ ਲੰਮਾ ਰਾਹ ਮਿਲਦਾ, ਸਭ ਸਲਾਹੈ ਆਪ ਕਉ, ਵੱਡੋ ਵਡੇਰੀ ਹੋਏ। ਕਹਿੰਦੇ ਸੰਸਾਰ ਵਿੱਚ ਕਿਸੇ ਨੂੰ ਵੀ ਵੇਖ ਲਈਏ, ਕੋਈ ਵੀ ਘੱਟ ਨਹੀਂ ਖਵਾਉਂਦਾ। ਹਰ ਇੱਕ ਬੰਦਾ ਇੱਕ ਦੂਜੇ ਤੋਂ ਚੜ੍ਹਦਾ ਖਵਾਉਂਦਾ, ਹਰ ਇੱਕ ਬੰਦਾ। ਹੁਣ ਕਿਹੜਾ ਕਹਿੰਦਾ ਕਿ ਮੈਨੂੰ ਅਕਲ ਘੱਟ ਹੈ? ਇੱਕ ਦੂਜੇ ਤੋਂ ਅਸੀਂ ਆਪਣੇ ਆਪ ਨੂੰ ਵਧੀਆ ਜਿਤਾਉਣ ਦੀ ਕੋਸ਼ਿਸ਼ ਕਰਾਂਗੇ ਕਿ ਮੈਂ ਵਧੀਆ, ਅਕਲ ਮੈਨੂੰ ਹੀ ਆ। ਸੰਸਾਰ 'ਚ ਰਹਿ ਰਹੇ ਆਪਾਂ ਸਾਰੇ, ਸਭ ਸਲਾਹ ਆਪ ਕੋ, ਆਪਣੇ ਆਪ ਨੂੰ ਵੀ ਸਲਾਹੁੰਦੇ ਨੇ, ਆਪਣੀ ਵਡਿਆਈ ਕਰਦੇ ਨੇ ਲੋਕ, ਦੂਜੇ ਦੀ ਸੁਣਨਾ ਪਸੰਦ ਨਹੀਂ ਆ। ਕਿਰਦਾਰ ਇੱਦਾਂ ਦਾ ਬਣੇ ਬੰਦੇ ਦਾ, ਆਪਣੀ ਖੁਦ ਦੀ ਵਡਿਆਈ ਨਾ ਕਰਨੀ ਪਵੇ, ਲੋਕ ਕਰਨ, ਇੱਦਾਂ ਦੇ ਕਰਮ ਹੋਣ। ਹਰ ਕੋਈ ਜਿਹਨੂੰ ਮਰਜ਼ੀ ਵੇਖ ਲਓ, ਆਪਣੇ ਆਪ ਨੂੰ ਵੱਡਾ ਖਵਾਉਂਦਾ ਬੰਦਾ, ਕੋਈ ਨਹੀਂ। ਭਾਵ ਸਭ ਕਹਤੇ ਹੈ ਪਾਇਆ, ਘਾਟ ਨਾ ਕਿਨਹੀ ਕਹਾਇਆ। ਕੋਈ ਘੱਟ ਨਹੀਂ ਕਹਾਉਂਦਾ ਇੱਥੇ, ਸਭ ਕੋਈ ਆਪਣੇ ਆਪ ਨੂੰ ਸਲਾਹੁੰਦਾ ਕਿ ਮੈਂ ਵੱਡਿਆਂ ਤੋਂ ਵੀ ਵੱਡਾ, ਮੈਂ ਹੀ ਹੋ ਜਾਵਾਂ ਬਸ ਉੱਪਰ ਦੀ, ਦੂਜਾ ਹੋਵੇ ਹੀ ਨਾ। ਬੰਦੇ ਦੀ ਇਹ ਫਿਤਰਤ ਬਣ ਗਈ, ਕਲਯੁਗ ਹੈ, ਇਹ ਆਦਤ ਹੈ। ਵੱਡਿਆਂ ਤੋਂ ਵੱਡਾ, ਉਹਨਾਂ ਤੋਂ ਵੀ ਮੈਂ, ਮੇਰੀ ਵੱਡੀ ਸੋਭਾ ਹੋ ਜਾਏ। ਆਪਣੇ ਆਪ ਨੂੰ ਵਧੀਆ ਖਵਾਉਣ ਦੀ, ਉੱਚਾ ਖਵਾਉਣ ਦੀ ਬੰਦਾ ਕੋਸ਼ਿਸ਼ ਕਰਦਾ ਹੈ ਕਿ ਆਪ ਨੂੰ ਈਸਾ ਜੀ, ਮੂਸਾ ਜੀ ਵਰਗੇ ਪੈਗੰਬਰਾਂ ਤੋਂ ਵੀ ਵੱਡਾ ਬਣ ਕੇ ਮੈਂ ਵਿਖਾਉਣਾ। ਕਈ ਤਾਂ ਐਸੇ ਵੀ ਨੇ, ਗੁਰੂ ਨਾਨਕ 'ਤੇ ਵੀ ਉਂਗਲਾਂ ਚੁੱਕਦੇ ਨੇ। ਰੱਬ ਦੀ ਬਣਾਈ ਹੋਈ ਕਾਇਨਾਤ ਜਿਹੜੀ ਆ, ਕੁਦਰਤ ਜਿਹੜੀ ਆ, ਉਹ 'ਤੇ ਵੀ ਕਿੰਤੂ ਪਰੰਤੂ ਕਰਦੇ ਨੇ। ਮਹਾਂਪੁਰਖ ਰੱਬ ਦੇ ਪਿਆਰੇ, ਜਿਨ੍ਹਾਂ ਨੇ ਆਪਣਾ ਜੀਵਨ ਧਰਮ ਦੇ ਲੇਖੇ ਲਾਤਾ, ਕੌਮ ਦੇ ਲੇਖੇ ਲਾਤਾ, ਉਹਨਾਂ ਤੋਂ ਵੀ ਸਿਆਣੇ ਬਣ ਕੇ ਖਵਾਉਂਦੇ ਨੇ। ਜਿਨ੍ਹਾਂ ਨੇ ਆਪਣੀ ਜਿੰਦ ਦੀ, ਸਰੀਰ ਦੀ ਪਰਵਾਹ ਨਹੀਂ ਕੀਤੀ, ਪਰਿਵਾਰ ਦੀ। ਦਸ਼ਮੇਸ਼ ਪਿਤਾ, ਧੰਨ ਸ਼ਹਿਨਸ਼ਾਹ ਮਹਾਰਾਜ, ਉਹਨਾਂ ਤੋਂ ਵੀ ਕੀ ਸਿਆਣੇ ਬਣਦੇ ਨੇ। ਜਿਨ੍ਹਾਂ ਨੂੰ ਵਾਜਾਂ ਵਾਲਾ ਨਹੀਂ ਚੰਗਾ ਲੱਗਿਆ, ਫਿਰ ਉਹ ਜਾਣਗੇ ਕਿੱਥੇ? ਉਹ ਤੋਂ ਵੀ ਉੱਪਰ ਦੀ ਬਣਨ ਦੀ ਕੋਸ਼ਿਸ਼ ਕਰਦੇ ਨੇ ਕਿ ਐਵੇਂ ਫਿਰਦੇ ਰਹੇ। ਤਾਂ ਹੀ ਆ ਚੱਲ ਰਿਹਾ ਨਾ ਸੰਸਾਰ ਦੇ ਵਿੱਚ, ਦੱਸਣ ਪੁੱਛਣ ਦੀ ਲੋੜ ਹੀ ਨਹੀਂ ਆ। ਕਿੰਤੂ ਪਰੰਤੂ ਤਰਕ ਹਰ ਇੱਕ ਗੱਲ 'ਤੇ, ਧਰਮ 'ਤੇ, ਗੁਰੂ ਦੇ ਜੀਵਨ 'ਤੇ। ਭਾਵ ਐਵੇਂ ਫਿਰਦੇ ਰਹੇ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਆਤੰਕਵਾਦੀ ਕਹਿੰਦਾ, ਅੱਤਵਾਦੀ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਜੀ ਗੁਰਮੁਖੋ, ਭੁਲੇਖਿਆਂ 'ਚ ਨਾ ਪਾਓ, ਇੱਕ ਦਿਨ ਸੱਚ ਦੀ ਨਿਬੇੜ ਹੋਵੇਗੀ ਸਭ ਦੀ। ਤੇ ਮਹਾਰਾਜ ਕਹਿੰਦੇ ਆ, ਗੁਰ ਬਿਨ ਆਪ ਨਾ ਚੀਨੀਐ, ਕਹੇ ਸੁਣੇ ਕਿਆ ਹੋਏ। ਸਤਿਗੁਰਾਂ ਤੋਂ ਬਿਨਾਂ ਆਪਣੇ ਆਤਮ ਸਰੂਪ ਨੂੰ ਹੀ ਨਹੀਂ ਜਾਣ ਸਕਦਾ ਬੰਦਾ। ਆਪੇ ਦੀ ਪਛਾਣ ਨਹੀਂ ਆ ਗੁਰੂ ਦੀ ਬਾਣੀ ਤੋਂ ਬਿਨਾਂ। ਜੇ ਆਪਣੇ ਚੇਲਿਆਂ ਵਿੱਚ ਕਹਿ ਲਿਆ ਕਿ ਮੈਂ ਬ੍ਰਹਮ ਸਰੂਪ ਹਾਂ, ਇਸੇ ਪ੍ਰਕਾਰ ਚੇਲਿਆਂ ਤੋਂ ਆਪਣੀ ਵਡਿਆਈ ਕੰਨਾਂ ਨਾਲ ਸੁਣਨ ਲਈ ਕਿ ਸਾਡੇ ਸੰਤ ਵਧੇ ਮੁਕਤ ਨੇ, ਰਾਤ ਨੂੰ ਹੱਥ ਪੈਰ ਵੱਖਰੇ ਵੱਖਰੇ ਕਰ ਲੈਂਦੇ ਨੇ, ਇਸ ਪ੍ਰਕਾਰ ਆਪਣੇ ਵਡਿਆਈ ਆਪ ਕਹਾਉਣ ਨਾਲ, ਚੇਲਿਆਂ ਤੋਂ ਸੁਣਨ ਨਾਲ ਕੀ ਹੋ ਸਕਦਾ ਹੈ? ਭਾਵ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ। ਹਾਂ, ਦੁਨੀਆ ਤੋਂ ਚੇਲਿਆਂ ਤੋਂ ਵਡਿਆਈ ਜ਼ਰੂਰ ਲੈ ਲੈਂਦਾ ਬੰਦਾ, ਵੱਡੀਆਂ ਵੱਡੀਆਂ ਕਾਰਾਂ, ਵੱਡੇ ਵੱਡੇ ਚੋਲੇ, ਮਹਿੰਗੇ ਮਹਿੰਗੇ ਸੈਂਟ ਛਿੜਕਦਾ ਬੰਦਾ। ਚੇਲੇ ਨੇ 5-7 ਨਾਲ ਜਿਹੜੇ, ਹਾਂ ਜੀ ਮਹਾਤਮਾ ਨੇ ਪਹੁੰਚੇ ਹੋਏ ਨੇ। ਗੁਰਮੁਖੋ, ਗੁਰੂ ਤੋਂ ਪੁੱਛੋ ਜੀਵਨ ਹੈ ਜਾਂ ਨਾ ਹੈ। ਰੁਮਾਲਾ ਚੁੱਕੋ, ਬਾਣੀ ਪੜ੍ਹੋ, ਵਿਚਾਰੋ, ਅਰਥਾਂ ਨਾਲ ਜੁੜੋ ਕਿ ਬਾਣੀ ਕੀ ਕਹਿੰਦੀ ਹੈ। ਕਿ ਮੈਂ
ਆ ਗੁਰੂ ਦੇ ਸਿਧਾਂਤ ਤੇ, ਬਾਣੀ ਦੇ ਸਿਧਾਂਤ ਤੇ ਖਰਾ ਉਤਰ ਰਿਹਾ ਜਾਂ ਨਾ? ਲੋਕਾਂ ਤੋਂ ਨਹੀਂ। ਲੋਕ ਤਾਂ ਚਾਰ ਛੱਲੜ ਦੇ ਦਿਓ, ਖਾਣ ਪੀਣ ਨੂੰ ਦੇ ਦਿਓ, ਜਿੱਦਣ ਮਰਜ਼ੀ ਲਾ ਲਓ ਜੀ। ਵਿਹਲੜ ਬੜੇ ਮਿਲ ਜਾਂਦੇ ਆ ਮੇਰੇ ਵਰਗੇ, ਕਹਿ ਦੇਣਗੇ ਵੀ ਵੱਡੇ ਮਹਾਤਮਾ ਨੇ, ਵਧੀਆ ਨੇ, ਸੰਤ ਨੇ। ਫਿਰ ਉਹੀ ਜਦੋਂ ਕੋਈ ਗੱਲਬਾਤ ਹੋ ਜਾਂਦੀ ਹੈ, ਕਿਉਂਕਿ ਐਸੇ ਬੰਦੇ ਕੰਨਾਂ ਦੇ ਕੱਚੀ ਹੁੰਦੇ ਨੇ, ਫਿਰ ਕਟਾਪਾ ਵੀ ਚੜ੍ਹਦਾ। ਫਿਰ ਉਹੀ ਨੈਟਾਂ ਦੇ ਬੋਲਦੇ ਨੇ ਤਾਂ ਐਵੇਂ ਕਰਦੇ ਨੇ ਜੀ, ਆਹ ਕਰਦੇ ਨੇ, ਉਹ ਕਰਦੇ ਨੇ। ਵੀ ਜਦੋਂ ਨਾਲ ਸੀ ਉਦੋਂ ਕਿਉਂ ਨਹੀਂ ਬੋਲਿਆ? ਬਾਅਦ 'ਚ ਰੌਲਾ ਪਾਉਣ ਦਾ ਕੀ ਫਾਇਦਾ? ਉਦੋਂ ਚਾਰ ਛੱਲੜ ਮਿਲਦੇ ਨੇ ਵੀ ਆਪਾਂ ਨੇ ਕੀ ਲੈਣਾ। ਭਾਵ ਲੋਕਾਂ ਤੋਂ ਵਡਿਆਈ ਕਰਾ ਲੈਂਦਾ ਬੰਦਾ। ਗੁਰੂ ਤੋਂ ਪੁੱਛੋ ਕਿ ਮੈਂ ਕਿੱਦਾਂ ਦਾ, ਮੇਰੇ ਵਿੱਚ ਹੈ ਕੀ, ਮੇਰੀਆਂ ਆਦਤਾਂ ਕੀ ਨੇ। ਗੁਰਬਾਣੀ ਪੜ੍ਹੋ, ਅਰਥਾਂ ਨਾਲ ਜੁੜਾਂਗੇ, ਫਿਰ ਪਤਾ ਲੱਗੂ। ਮਹਾਰਾਜ ਜੀ ਕਹਿੰਦੇ ਨਾਨਕ ਸ਼ਬਦ ਪਛਾਣੀ ਹੈ, ਹਉਮੈ ਕਰੈ ਨਾ ਕੋਏ। ਕਿ ਸਤਿਗੁਰਾਂ ਦੇ ਸ਼ਬਦ ਦੁਆਰਾ ਅਕਾਲ ਪੁਰਖ ਪਰਮਾਤਮਾ ਦੀ ਪਛਾਣ ਕਰੀਏ। ਜਿਹੜਾ ਸ਼ਬਦ ਦੁਆਰਾ ਪਛਾਣਦਾ ਉਹ ਕਦੇ ਵੀ ਹਉਮੈ ਹੰਗਤਾ ਨਹੀਂ ਕਰਦਾ। ਜਿਹੜਾ ਪਛਾਣ ਲੈਂਦਾ ਉਹ ਮੈਂ ਮੇਰੀ ਕਰਦਾ ਨਹੀਂ ਫਿਰਦਾ, ਉਹ ਹੰਕਾਰ 'ਚ ਨਹੀਂ ਫਿਰੂ। ਉੱਥੇ ਪ੍ਰੇਮ ਆ ਜਾਂਦਾ। ਉਹ ਨਾ ਕਿਸੇ ਨੇ ਵਧੀਆ ਕਹਿਤਾ ਉਹਨੂੰ ਕੋਈ ਚੱਕਰ ਨਹੀਂ ਗਾ, ਕੋਈ ਮਾੜਾ ਕਹਿ ਗਿਆ ਉਹ ਨਹੀਂ ਬੋਲਦਾ ਵੀ ਆਪਾਂ ਨੇ ਕੀ ਲੈਣਾ। ਕਰੂ ਜਿਹੜਾ ਕਰੂ। ਉਹ ਦੁਨੀਆ ਨੂੰ ਵੇਖ ਕੇ ਨਾ, ਰੰਗਮੰਚ ਦੁਨੀਆ ਦਾ ਹੈਰਾਨ, ਬਸ ਉਹ ਵੇਖੀ ਜਾਂਦਾ ਹੈ, ਖੁਸ਼ ਹੋਈ ਜਾਂਦਾ ਹੈ, ਮਨ ਹੱਸੀ ਜਾਂਦਾ ਅੰਦਰ ਵੀ ਦੁਨੀਆ ਕੀ ਖੇਡ ਕਰਦੀ ਫਿਰਦੀ ਆ, ਕਿਵੇਂ ਨੱਚਦਾ ਫਿਰਦਾ ਬੰਦਾ। ਪਛਾਣਦੇ ਹੀ ਨਹੀਂ। ਮੁੱਦਤਾਂ ਦੀਆਂ ਆਸਾਂ ਨੇ, ਮੈਂ ਮੇਰੀ ਆ। ਇੱਕ ਦਿਨ ਸਰੀਰ ਨੂੰ ਤਿਆਗਣਾ, ਰੂਹ ਨੇ ਉੱਡ ਜਾਣਾ। ਯਤਨ ਕਰੀਏ ਗੁਰਮੁਖੋ ਸ਼ਬਦ ਦੁਆਰਾ ਪਰਮਾਤਮਾ ਨੂੰ ਪਛਾਣਨ ਦੀ। ਬਸ ਉਹਨੂੰ ਪਛਾਣ ਲੈਣਾ, ਉਹਦੇ ਬਾਰੇ ਜਾਣ ਲੈਣਾ ਹੀ ਉਹਨੂੰ ਪਾਉਣਾ ਹੈ। ਇਸ ਕਰਕੇ ਰੱਬ ਰੱਬ ਕਰੀਏ। ਜਿੰਨਾ ਕੁ ਜੀਵਨ ਹੈ ਕੌਮ ਦੇ, ਗੁਰੂ ਦੇ ਲੇਖੇ ਲਾਈਏ ਜੀ। ਆਓ ਭੁੱਲਾਂ ਦੁੱਖਾਂ ਸ਼ਬਦ ਦੀ ਵਿਚਾਰ ਇੱਥੇ ਸਮਾਪਤ ਹੈ। ਅਗਲੇ ਸ਼ਬਦ ਦੀ ਵਿਚਾਰ ਮਾਲਕ ਦੀ ਕਿਰਪਾ ਨਾਲ ਅੱਗੇ ਵਿਚਾਰਾਂਗੇ। ਰਲ ਮਿਲ ਕਰਕੇ ਸਾਧ ਸੰਗਤ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੁਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।